ਨਮਸਕਾਰ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਗੀਤਾ ਸਕਸੈਨਾ। ਪਹਿਲਾਂ ਪੇਸ਼ ਨੇ ਚੌਂਵੀਆਂ ਖਬਰਾਂ। ਭਲਕੇ ਅਧਿਆਪਕ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇਸ਼ ਭਰ ਦੇ 44 ਅਧਿਆਪਕਾਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਸਿੱਖਿਆ ਮੰਤਰਾਲਾ 5 ਸਤੰਬਰ ਤੋਂ 17 ਸਤੰਬਰ ਤੱਕ ਅਧਿਆਪਕ ਪਰਵ ਮਨਾਏਗਾ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਫੁੱਟ ਪਾਓ ਤਾਕਤਾਂ ਵਿਰੁੱਧ ਲੜਨ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਆਸਾਮ ਵਿੱਚ ਕਾਰਬੀ ਆਂਗਲੋਂਗ ਸਮਝੌਤਾ ਸਿਰੇ ਚੜ੍ਹਿਆ। ਅਮਿਤ ਸ਼ਾਹ ਨੇ ਇਸ ਨੂੰ ਆਸਾਮ ਵਿੱਚ ਸ਼ਾਂਤੀ ਅਤੇ ਵਿਕਾਸ ਲਈ ਇਤਿਹਾਸਕ ਕਰਾਰ ਦਿੱਤਾ। ਆਯੁਸ਼ ਮੰਤਰਾਲੇ ਨੇ ਦੇਸ਼ ਭਰ ਦੇ 45 ਸਥਾਨਾਂ ਤੋਂ ਆਯੁਸ਼ ਆਪ ਕੇ ਦੁਆਰ ਮੁਹਿੰਮ ਦੀ ਸ਼ੁਰੂਆਤ ਕੀਤੀ। आजादी का अमृत महोत्सव तहत पंजाब भर में फिट इंडिया आजादी दौड़ का सिलसिला जारी। टोक्यो पैरालंपिक्स विच बैडमिंटन SL3 वर्ग विच भारत के प्रमोद भगत ने सोन तगमा जित के इतिहास रचा। मनोज सरकार ने कांसे का तमगा जीतया। भारत ने हुण तक पैरालंपिक्स विच रिकॉर्ड 17 तमगे जीते। ਤੇ ਹੁਣ ਖਬਰਾਂ ਵਿਸਥਾਰ ਨਾਲ। ਭਲਕੇ ਅਧਿਆਪਕ ਦਿਵਸ ਹੈ। ਕੇਂਦਰੀ ਸਿੱਖਿਆ ਮੰਤਰਾਲਾ 5 ਸਤੰਬਰ ਤੋਂ 17 ਸਤੰਬਰ ਤੱਕ ਅਧਿਆਪਕ ਫੈਸਟੀਵਲ ਮਨਾਏਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਧਿਆਪਕ ਦਿਵਸ ਮੌਕੇ ਵਰਚੁਅਲ ਮਾਧਿਅਮ ਰਾਹੀਂ 44 ਅਧਿਆਪਕਾਂ ਨੂੰ ਪੁਰਸਕਾਰ ਪ੍ਰਦਾਨ ਕਰਨਗੇ। ਇਸ ਪ੍ਰੋਗਰਾਮ ਦੌਰਾਨ ਹਰ ਇੱਕ ਪੁਰਸਕਾਰ ਜੇਤੂ ਬਾਰੇ ਇੱਕ ਸੰਖੇਪ ਡਾਕੂਮੈਂਟਰੀ ਵੀ ਵਿਖਾਈ ਜਾਵੇਗੀ। ਮੰਤਰਾਲਾ ਦੇ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਅਨੁਸਾਰ ਅਧਿਆਪਕਾਂ ਦੇ ਵੱਡਮੁੱਲੇ ਯੋਗਦਾਨ ਨੂੰ ਸਨਮਾਨ ਦੇਣ ਅਤੇ ਕੌਮੀ ਸਿੱਖਿਆ ਨੀਤੀ 2020 ਨੂੰ ਅੱਗੇ ਵਧਾਉਣ ਲਈ ਮੰਤਰਾਲਾ ਵੱਲੋਂ ਇਸ ਸਾਲ ਵੀ ਅਧਿਆਪਕ ਫੈਸਟੀਵਲ ਮਨਾਉਣ ਦਾ ਫੈਸਲਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 7 ਤਰੀਕ ਨੂੰ ਸਵੇਰੇ 11 ਵਜੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਿੱਖਿਆ ਖੇਤਰ ਨਾਲ ਜੁੜੇ ਹੋਰ ਹਿੱਤਧਾਰਕਾਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਸਿੱਖਿਆ ਵਿਭਾਗ ਦੀਆਂ 5 ਤਰਜੀਹਾਂ ਦਾ ਵੀ ਆਰੰਭ ਕਰਨਗੇ। ਇਨ੍ਹਾਂ ਵਿੱਚ ਭਾਰਤੀ ਸੰਕੇਤ ਭਾਸ਼ਾ ਸ਼ਬਦਕੋਸ਼, ਵੇਖਣ ਵਿੱਚ ਅਸਮਰੱਥ ਲੋਕਾਂ ਲਈ ਆਡੀਓ ਪੁਸਤਕ, CBSE ਦੇ ਸਕੂਲਾਂ ਦੀ ਗੁਣਵੱਤਾ ਦੀ ਮੁਲਾਂਕਣ ਪ੍ਰਣਾਲੀ ਅਤੇ ਅਧਿਆਪਕ ਸਿਖਲਾਈ ਪ੍ਰੋਗਰਾਮ, ਨਿਸ਼ਠਾ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਸਵੈ ਸੇਵੀਆਂ ਲਈ ਵਿਦਿਆਂਜਲੀ ਪੋਰਟਲ ਸ਼ਾਮਲ ਨੇ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਫੁੱਟ ਪਾਉਣ ਵਾਲੀਆਂ ਤਾਕਤਾਂ ਖਿਲਾਫ ਲੜਨ ਅਤੇ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਹੈਦਰਾਬਾਦ ਵਿੱਚ ਸ਼੍ਰੀ ਅਰਬਿੰਦੋ ਇੰਟਰਨੈਸ਼ਨਲ ਸਕੂਲ ਵਿੱਚ ਇੱਕ ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਮਗਰੋਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਸਮੇਂ ਆਲਮੀ ਭਾਈਚਾਰੇ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਆਜ਼ਾਦ ਖਿਆਲੀ ਹੋਣਾ ਚਾਹੀਦਾ ਹੈ। ਉਪ ਰਾਸ਼ਟਰਪਤੀ ਨੇ ਸ਼੍ਰੀ ਅਰਬਿੰਦੋ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਤਮਕਤਾ ਭਾਰਤੀ ਸੱਭਿਆਚਾਰ ਦੀ ਪ੍ਰਮੁੱਖ ਪੂੰਜੀ ਹੈ, ਜਿਸ ਵਿੱਚ ਉਹ ਦੇਸ਼ ਦੇ ਅਕਸ ਨੂੰ ਵੀ ਵੇਖਿਆ ਜਾ ਸਕਦਾ ਹੈ। ਨਾਇਡੂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਚੰਗੇ ਅਤੇ ਅਧਿਆਤਮਕ ਗੁਣਾਂ ਦਾ ਪ੍ਰਸਾਰ ਕਰਨ ਲਈ ਕਿਹਾ। ਉਪ ਰਾਸ਼ਟਰਪਤੀ ਨੇ ਕਿਹਾ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਜਸ਼ਨਾਂ ਦੌਰਾਨ ਹਰੇਕ ਭਾਰਤੀ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਪ੍ਰਣ ਲੈਣਾ ਚਾਹੀਦਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਅਸਾਮ ਦੇ ਲਈ ਇੱਕ ਇਤਿਹਾਸਕ ਦਿਨ ਹੈ, ਜਦ ਕਾਰਬੀ ਆਂਗਲੋਂਗ ਸਮਝੌਤਾ ਸਿਰੇ ਚੜ੍ਹਿਆ। 6 ਵੱਖ-ਵੱਖ ਸੰਗਠਨਾਂ, ਕੇਂਦਰ ਅਤੇ ਸੂਬਾ ਸਰਕਾਰਾਂ ਦੇ ਪ੍ਰਤੀਨਿਧੀਆਂ ਵਿਚਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਆਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵ ਸ਼ਰਮਾ ਦੀ ਮੌਜੂਦਗੀ ਦੇ ਵਿੱਚ ਇਸ ਸਮਝੌਤੇ ਤੇ ਦਸਤਖਤ ਕੀਤੇ ਗਏ। ਸਮਝੌਤੇ ਮਗਰੋਂ ਅਮਿਤ ਸ਼ਾਹ ਨੇ ਕਿਹਾ ਕਿ 4 ਸਤੰਬਰ ਦਾ ਦਿਨ ਆਸਾਮ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ, ਜਿਸ ਦਿਨ ਸੂਬੇ ਵਿੱਚ ਸ਼ਾਂਤੀ ਅਤੇ ਵਿਕਾਸ ਦਾ ਨਵਾਂ ਦੌਰ ਸ਼ੁਰੂ ਹੋਇਆ। ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਧਿਆਨ ਹਮੇਸ਼ਾ ਇਸ ਗੱਲ ਤੇ ਹੁੰਦਾ ਹੈ ਕਿ ਉੱਤਰ ਪੂਰਬੀ ਸੂਬਿਆਂ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ। ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ ਸਿਰੇ ਚਾੜੇ ਗਏ ਵੱਖ-ਵੱਖ ਸਮਝੌਤਿਆਂ ਦੀਆਂ ਸ਼ਰਤਾਂ ਪੂਰੀਆਂ ਹੋਈਆਂ ਨੇ। आज जो हम कार्बी आंगलोंग एक ऐतिहासिक समझौता जो अभी संपन्न हुआ 4 सितंबर 2021, ये दिन आसाम और कार्बी क्षेत्र के इतिहास में सुवर्णमयी अक्षरों के साथ निश्चित रूप से लिखा जाएगा, क्योंकि आज 5 से अधिक संगठनों के लगभग 1000 कैडर ने हथियार डालकर मेन स्ट्रीम में आने की शुरुआत करी है। ਆਯੁਸ਼ ਮੰਤਰਾਲੇ ਨੇ ਦੇਸ਼ ਭਰ ਦੇ 45 ਸਥਾਨਾਂ ਤੋਂ ਆਯੁਸ਼ ਆਪਕੇ ਦੁਆਰ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦਾ ਮਕਸਦ 1 ਸਾਲ ਦੇ ਵਿੱਚ 75 ਲੱਖ ਘਰਾਂ ਨੂੰ ਦਵਾਈ ਦੇ ਤੌਰ ਤੇ ਵਰਤੇ ਜਾਣ ਵਾਲੇ ਪੌਦੇ ਉਪਲਬਧ ਕਰਵਾਉਣਾ ਹੈ। ਇਨ੍ਹਾਂ ਪੌਦਿਆਂ ਦੇ ਵਿੱਚ ਤੇਜ ਪੱਤਾ, ਸਟੀਵੀਆ, ਅਸ਼ੋਕਾ, ਗਿਲੋਏ, ਅਸ਼ਵਗੰਧਾ, ਲੈਮਨ ਗ੍ਰਾਸ, ਤੁਲਸੀ, ਸਰਪਗੰਧਾ ਤੇ ਆਂਵਲਾ ਸ਼ਾਮਲ ਹੈ। ਇਸ ਮੁਹਿੰਮ ਨੂੰ ਆਯੁਸ਼ ਰਾਜ ਮੰਤਰੀ ਡਾਕਟਰ ਮਹਿੰਦਰ
ਮੁੰਜਪਰਾ ਨੇ ਨਵੀਂ ਦਿੱਲੀ ਵਿਚਲੇ ਆਯੁਸ਼ ਭਵਨ ਤੋਂ ਹਰੀ ਝੰਡੀ ਵਿਖਾਈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਮੁੰਜਪਰਾ ਨੇ ਹਰੇਕ ਪਰਿਵਾਰ ਨੂੰ ਦਵਾਈ ਦੇ ਤੌਰ ਤੇ ਵਰਤੇ ਜਾਣ ਵਾਲੇ ਪੌਦੇ ਲਗਾਉਣ ਅਤੇ ਉਹਨਾਂ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕੀਤੀ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਮੁੰਬਈ ਤੋਂ ਆਯੁਸ਼ ਆਪ ਕੇ ਦੁਆਰ ਮੁਹਿੰਮ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਦਵਾਈ ਦੇ ਤੌਰ ਤੇ ਵਰਤੇ ਜਾਣ ਵਾਲੇ ਪੌਦੇ ਤਕਸੀਮ ਕੀਤੇ। ਇਸ ਮੁਹਿੰਮ ਤਹਿਤ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਅਤੇ ਆਯੁਸ਼ ਮੰਤਰਾਲੇ ਦੀ ਆਯੁਰਵੈਦਿਕ ਵਿਗਿਆਨ ਖੋਜ ਪਰਿਸ਼ਦ ਵੱਲੋਂ ਦਵਾਈ ਦੇ ਗੁਣਾਂ ਵਾਲੇ ਪੌਦੇ ਅਤੇ ਆਯੁਰਵੈਦਿਕ ਦਵਾਈਆਂ ਆਮ ਲੋਕਾਂ ਦੇ ਵਿੱਚ ਤਕਸੀਮ ਕੀਤੀਆਂ ਜਾ ਰਹੀਆਂ ਨੇ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮਾਣੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਦੇ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਇਸ ਕੜੀ ਦੇ ਵਿੱਚ ਅਸੀਂ ਤੁਹਾਨੂੰ ਉੱਗੇ ਰਾਸ਼ਟਰਵਾਦੀ ਦਾਦਾ ਭਾਈ ਨੌਰੋਜੀ ਬਾਰੇ ਦੱਸਾਂਗੇ। ਦਾਦਾ ਭਾਈ ਨੌਰੋਜੀ ਜਿਨ੍ਹਾਂ ਦਾ ਅੱਜ ਜਨਮ ਦਿਵਸ ਵੀ ਹੈ। ਪੇਸ਼ ਹੈ ਇੱਕ ਖਾਸ ਰਿਪੋਰਟ। ਅੱਜ ਦੀ ਕੜੀ 'ਚ ਹੁਣ ਅਸੀਂ ਗੱਲ ਕਰਾਂਗੇ ਉੱਗੇ ਰਾਸ਼ਟਰਵਾਦੀ ਅਤੇ ਬਰਤਾਨਵੀ ਆਰਥਿਕ ਨੀਤੀਆਂ ਦੇ ਆਲੋਚਕ ਦਾਦਾ ਭਾਈ ਨੌਰੋਜੀ ਦੀ। ਭਾਰਤੀ ਸਿਆਸਤ ਵਿੱਚ ਇੱਕ ਅਹਿਮ ਥਾਂ ਰੱਖਣ ਵਾਲੇ ਇਸ ਮਹਾਨ ਆਗੂ ਨੂੰ ਪਿਆਰ ਨਾਲ ਗ੍ਰੈਂਡ ਓਲਡ ਮੈਨ ਆਫ ਇੰਡੀਆ ਅਤੇ ਅਨਓਫੀਸ਼ੀਅਲੀ ਅੰਬੈਸਡਰ ਆਫ ਇੰਡੀਆ ਵੀ ਕਿਹਾ ਜਾਂਦਾ ਸੀ। ਉਹਨਾਂ ਦਾ ਜਨਮ 4 ਸਤੰਬਰ 1825 ਨੂੰ ਉਸ ਵੇਲੇ ਬੰਬਈ 'ਚ ਹੋਇਆ ਸੀ। ਉਹਨਾਂ ਦੀ ਲੋਕਪ੍ਰਿਯਤਾ ਹੀ ਸੀ ਕਿ ਉਹ 2 ਵਾਰ ਹਾਊਸ ਆਫ ਕਾਮਨਸ ਲਈ ਚੁਣੇ ਗਏ। ਦਾਦਾ ਭਾਈ ਬਰਤਾਨਵੀ ਸੰਸਦ ਦੇ ਪਹਿਲੇ ਏਸ਼ੀਆਈ ਮੈਂਬਰ ਚੁਣੇ ਗਏ ਸਨ। ਉਹਨਾਂ ਨੂੰ ਭਾਰਤ ਵਿੱਚ ਬਰਤਾਨਵੀ ਸ਼ਾਸਨ ਦੇ ਆਰਥਿਕ ਬੁਰੇ ਪ੍ਰਭਾਵਾਂ ਤੇ ਆਪਣੇ ਵਿਚਾਰ ਸਪਸ਼ਟ ਤੌਰ ਤੇ ਰੱਖਣ ਲਈ ਜਾਣਿਆ ਜਾਂਦਾ ਸੀ। ਆਪਣੇ ਕਾਰਜਕਾਲ ਦੌਰਾਨ ਦਾਦਾ ਭਾਈ ਨੇ ਭਾਰਤ ਦੀ ਹਾਲਤ ਸੁਧਾਰਨ ਲਈ ਜ਼ਬਰਦਸਤ ਯਤਨ ਕੀਤੇ। ਬਰਤਾਨਵੀ ਆਰਥਿਕ ਨੀਤੀਆਂ ਦੇ ਚਲਦਿਆਂ ਭਾਰਤ ਨੂੰ ਹੋ ਰਹੇ ਨੁਕਸਾਨ ਤੇ ਉਹਨਾਂ ਨੇ ਡੂੰਘੀ ਸੋਧ ਕੀਤੀ ਸੀ। ਉਸ ਤੋਂ ਬਾਅਦ ਉਹ ਬਰਤਾਨੀਆ ਦੇ ਕੱਟੜ ਆਲੋਚਕ ਬਣ ਗਏ। ਦਾਦਾ ਭਾਈ ਨੌਰੋਜੀ ਨੇ 1893 ਚ ਯੂਨਾਈਟਿਡ ਕਿੰਗਡਮ ਵਿੱਚ ਹਾਊਸ ਆਫ ਕਾਮਨਸ ਨੂੰ ਸੰਬੋਧਨ ਕੀਤਾ ਸੀ। ਆਓ ਸੁਣਦੇ ਹਾਂ ਭਾਰਤ ਵਿੱਚ ਟੈਕਸੇਸ਼ਨ ਦੇ ਮੁੱਦੇ ਤੇ ਦਿੱਤੇ ਭਾਸ਼ਣ ਦੇ ਕੁਝ ਅਹਿਮ ਅੰਸ਼। Never has there been a single farthing spent out of the British Exchequer, either for the acquirement of India or for the maintenance of it, or administration, or in any manner connected with India, whilst at the same time hundreds of millions of the wealth of India have been constantly poured into this country. Whether any country in the world could stand such drain as India is subjected to is utterly out of the question. If England itself, with all its wealth, was subjected to such a drain as India is subjected to, it would be reduced to extreme poverty before long. ਦਾਦਾ ਭਾਈ ਨੌਰੋਜੀ ਦੀ ਸ਼ਖਸੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ 1895 ਚ ਭਾਰਤੀ ਖਰਚ ਲਈ ਬਣਾਏ ਸ਼ਾਹੀ ਕਮਿਸ਼ਨ ਦਾ ਮੈਂਬਰ ਬਣਾਇਆ ਗਿਆ। ਉਹਨਾਂ ਨੇ 1886, 1893 ਅਤੇ 1906 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਾਲਾਨਾ ਇਜਲਾਸ ਦੀ ਪ੍ਰਧਾਨਗੀ ਵੀ ਕੀਤੀ ਸੀ। ਉਹਨਾਂ ਨੂੰ ਆਜ਼ਾਦੀ ਦੇ ਅੰਦੋਲਨ ਦੇ ਸ਼ੁਰੂਆਤੀ ਦੌਰ ਦੇ ਅਹਿਮ ਆਗੂਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਦਾਦਾ ਭਾਈ ਦੀ ਹੀ ਪ੍ਰੇਰਨਾ ਦੇ ਚਲਦਿਆਂ ਬਾਲ ਗੰਗਾਧਰ ਤਿਲਕ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਿਲ ਹੋਏ। ਗਾਂਧੀ ਜੀ ਤੇ ਵੀ ਉਹਨਾਂ ਦਾ ਅਸਰ ਰਿਹਾ। ਅੱਜ ਮਹਾਨ ਸੁਤੰਤਰਤਾ ਸੈਨਾਨੀ ਅਤੇ ਪ੍ਰਸਿੱਧ ਵਿਦਵਾਨ ਭੁਪਿੰਦਰ ਨਾਥ ਦੱਤ ਦੀ ਵੀ ਜਯੰਤੀ ਹੈ। ਉਹਨਾਂ ਦਾ ਜਨਮ 4 ਸਤੰਬਰ 1880 ਨੂੰ ਕਲਕੱਤਾ ਵਿੱਚ ਹੋਇਆ ਸੀ। ਭੁਪਿੰਦਰ ਨਾਥ ਦੱਤ ਸਵਾਮੀ ਵਿਵੇਕਾਨੰਦ ਦੇ ਭਰਾ ਸਨ। ਉਹ ਬ੍ਰਹਮ ਸਮਾਜ ਨੂੰ ਮੰਨਣ ਵਾਲੇ ਸਨ। ਜਵਾਨੀ ਦੇ ਦਿਨਾਂ 'ਚ ਦੱਤ ਬਰਤਾਨਵੀ ਸ਼ਾਸਨ ਨਾਲ ਲੜਨ ਲਈ ਬੰਗਾਲ ਰੈਵੋਲੂਸ਼ਨਰੀ ਸੁਸਾਇਟੀ ਵਿੱਚ ਸ਼ਾਮਿਲ ਹੋ ਗਏ ਸਨ, ਜਿਸ ਦੀ ਸਥਾਪਨਾ 1902 ਵਿੱਚ ਪ੍ਰਮਥ ਨਾਥ ਮਿਤਰਾ ਨੇ ਕੀਤੀ ਸੀ। 1906 ਵਿੱਚ ਉਹ ਬੰਗਲਾ ਮੈਗਜ਼ੀਨ ਜੁਗਾਂਤਰ ਦੇ ਸੰਪਾਦਕ ਬਣੇ, ਜਿਹੜਾ ਬੰਗਾਲ 'ਚ ਰੈਵੋਲੂਸ਼ਨਰੀ ਪਾਰਟੀ ਦਾ ਮੁੱਖ ਪੱਤਰ ਸੀ। 1907 ਵਿੱਚ ਉਹਨਾਂ ਨੂੰ ਬਰਤਾਨਵੀ ਪੁਲਿਸ ਨੇ ਦੇਸ਼ ਧਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ। ਜੁਲਾਈ 1908 ਵਿੱਚ ਜੇਲ੍ਹ ਤੋਂ ਰਿਹਾਈ ਦੇ ਕੁਝ ਦਿਨ ਬਾਅਦ ਹੀ ਭੁਪਿੰਦਰ ਨਾਥ ਨੂੰ ਪੜ੍ਹਾਈ ਦੇ ਲਈ ਅਮਰੀਕਾ ਭੇਜ ਦਿੱਤਾ ਗਿਆ। ਉੱਥੇ ਜਾ ਕੇ ਦੱਤ ਭਾਰਤੀ ਆਜ਼ਾਦੀ ਲਈ ਕੰਮ ਕਰ ਰਹੀ ਗਦਰ ਪਾਰਟੀ 'ਚ ਸ਼ਾਮਿਲ ਹੋ ਗਏ। ਪਹਿਲੀ ਵਿਸ਼ਵ ਜੰਗ ਦੇ ਦੌਰਾਨ ਉਹ ਜਰਮਨੀ ਚਲੇ ਗਏ ਅਤੇ ਕ੍ਰਾਂਤੀਕਾਰੀ ਗਤੀਵਿਧੀਆਂ 'ਚ ਸਰਗਰਮ ਹੋ ਗਏ। 1916 ਵਿੱਚ ਉਹ ਬਰਲਿਨ ਇੰਡੀਅਨ ਇੰਡੀਪੈਂਡੈਂਸ ਕਮੇਟੀ ਦੇ ਸਕੱਤਰ ਬਣੇ। 1921 ਵਿੱਚ ਭੁਪਿੰਦਰ ਨਾਥ ਦੱਤ ਮਾਸਕੋ ਚਲੇ ਗਏ ਤੇ ਉਸ ਤੋਂ ਬਾਅਦ ਭਾਰਤ ਪਰਤ ਆਏ। ਭੁਪਿੰਦਰ ਨਾਥ ਨੇ ਕੰਮਕਾਜੀ ਵਰਗ ਨੂੰ ਢੁਕਵਾਂ ਸਨਮਾਨ ਦਿਵਾਉਣ ਲਈ ਅਣਥੱਕ ਯਤਨ ਕੀਤੇ। ਉਹ ਲੇਖਕ ਵੀ ਸਨ ਤੇ ਉਹਨਾਂ ਨੇ ਭਾਰਤੀ ਸੰਸਕ੍ਰਿਤੀ ਅਤੇ ਸਮਾਜ ਬਾਰੇ ਕਈ ਕਿਤਾਬਾਂ ਲਿਖੀਆਂ। ਉਹਨਾਂ ਨੇ ਆਪਣੇ ਵੱਡੇ ਭਰਾ ਤੇ ਸਵਾਮੀ ਵਿਵੇਕਾਨੰਦ ਪੈਟਰੀਅਟ ਪ੍ਰੋਫੈਟ ਕਿਤਾਬ ਵੀ ਲਿਖੀ।
কোমল মূর্তি মর্মে গাথা ও আমার দেশের মাটি তোমার পরে ঠেকাই ਮਾਥਾ। ਅੱਜ ਅਸੀਂ ਸੁਤੰਤਰਤਾ ਸੈਨਾਨੀ ਅਤੇ ਹਰਿਆਣਾ ਕੇਸਰੀ ਪੰਡਿਤ ਨੇਕੀ ਰਾਮ ਸ਼ਰਮਾ ਨੂੰ ਵੀ ਯਾਦ ਕਰ ਰਹੇ ਹਾਂ। ਗੋਪਾਲ ਕ੍ਰਿਸ਼ਨ ਗੋਖਲੇ, ਲੋਕਮਾਨਯ ਬਾਲ ਗੰਗਾਧਰ ਤਿਲਕ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਤੇ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀਆ ਦੀ ਪ੍ਰੇਰਣਾ ਤੋਂ ਉਹ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਿਲ ਹੋਏ ਸਨ। ਜਦੋਂ ਲੋਕਮਾਨਯ ਤਿਲਕ ਨੂੰ 6 ਸਾਲ ਦੀ ਕਠੋਰ ਕਾਰਾਵਾਸ ਦੀ ਸਜ਼ਾ ਹੋਈ ਤਾਂ ਉਹਨਾਂ ਨੇ ਬਰਤਾਨਵੀ ਰਾਜ ਖਤਮ ਹੋਣ ਤੱਕ ਚੈਨ ਨਾਲ ਨਾ ਬੈਠਣ ਦੀ ਸਹੁੰ ਖਾਧੀ। 1915 ਵਿੱਚ ਕਾਂਗਰਸ ਦੇ ਬੰਬਈ ਇਜਲਾਸ ਦੌਰਾਨ ਗਾਂਧੀ ਜੀ ਨਾਲ ਮੁਲਾਕਾਤ ਤੋਂ ਬਾਅਦ ਉਹ ਛੂਤ-ਛਾਤ ਵਿਰੋਧੀ ਅੰਦੋਲਨ ਵਿੱਚ ਸ਼ਾਮਿਲ ਹੋ ਗਏ। ਪੰਡਿਤ ਨੇਕੀ ਰਾਮ ਸ਼ਰਮਾ ਨੇ 1919 ਵਿੱਚ ਰੋਲਟ ਐਕਟ ਵਿਰੋਧੀ ਅੰਦੋਲਨ, ਨਾ ਮਿਲਵਰਤਨ ਅੰਦੋਲਨ, ਨਮਕ ਸੱਤਿਆਗ੍ਰਹਿ ਅਤੇ ਭਾਰਤ ਛੱਡੋ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਈ। ਅਜੇ ਮਹਾਤਮਾ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ। ਕੇਂਦਰ ਸਰਕਾਰ ਦੇ ਯੁਵਕ ਮਾਮਲਿਆਂ ਤੇ ਖੇਡ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜਲੰਧਰ ਦੇ ਨਹਿਰੂ ਯੁਵਾ ਕੇਂਦਰ ਵੱਲੋਂ ਆਜ਼ਾਦੀ ਕਾ ਮਹੋਤਸਵ ਤਹਿਤ ਇੱਕ ਫਰੀडम ਰਨ ਕਰਵਾਈ ਗਈ। ਦੌੜ ਨੂੰ ਝੰਡੀ ਵਿਖਾ ਕੇ ਡੀਸੀਪੀ ਜਲੰਧਰ ਜਗਮੋਹਨ ਸਿੰਘ ਨੇ ਰਵਾਨਾ ਕੀਤਾ। ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ओजस्वी अलंकार IAS ने शिरकत की। उन्होंने नौजवानों ਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ ਦੀਆਂ ਸਰਗਰਮੀਆਂ ਦੇ ਵਿੱਚ ਯੋਗਾ, ਖੇਡਾਂ ਤੇ ਕਸਰਤ ਨੂੰ ਸ਼ਾਮਲ ਕਰਨ ਲਈ ਕਿਹਾ। ਰੋਜ਼ਾਨਾ ਆਧੇ ਘੰਟੇ ਲਈ ਤੰਦਰੁਸਤੀ ਦੀ ਖੁਰਾਕ ਦੀ ਸਲਾਹ ਵੀ ਉਹਨਾਂ ਵੱਲੋਂ ਦਿੱਤੀ ਗਈ। ਜਨਤਕ ਹਿੱਸੇਦਾਰੀ ਦੇ ਨਾਲ ਜਨ ਅੰਦੋਲਨ ਦੀ ਸੋਚ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰ ਦੀ ਦੌੜ ਕਰਵਾਈ ਗਈ, ਜਿਹੜੀ ਲਾਇਲਪੁਰ ਖਾਲਸਾ ਕਾਲਜ ਤੋਂ ਸ਼ੁਰੂ ਹੋ ਕੇ ਇਹ ਦੌੜ ਜਲੰਧਰ ਕੈਂਟ ਰੋਡ ਤੋਂ ਹੁੰਦੀ ਹੋਈ ਮੁੜ ਕਾਲਜ ਪੁੱਜ ਕੇ ਮੁਕੰਮਲ ਹੋਈ। ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਵਿੱਚ ਹਿੱਸਾ ਲੈਂਦੇ ਹੋਏ ਸਭਨਾਂ ਨੂੰ ਫਿਟ ਇੰਡੀਆ ਦਾ ਸੁਨੇਹਾ ਦਿੱਤਾ। ਦੌੜ ਦੇ ਵਿੱਚ ਹਿੱਸਾ ਲੈਣ ਵਾਲਿਆਂ ਨੇ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੰਕਲਪ ਵੀ ਲਿਆ। ਮਗਰੋਂ ਰਾਸ਼ਟਰ ਗੀਤ ਵੀ ਗਾਇਆ ਗਿਆ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨਾਂ ਨੂੰ ਸਮਰਪਿਤ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਫਿਟ ਇੰਡੀਆ ਦੌੜ ਕਰਵਾਈ ਗਈ। ਇਹ ਦੌੜ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਪਿੰਡ ਟੁੜੀਕੇ ਤੋਂ ਸ਼ੁਰੂ ਹੋ ਕੇ ਗਦਰੀ ਬਾਬਿਆਂ ਦੀ ਯਾਦਗਾਰ ਵਿਖੇ ਪਹੁੰਚ ਕੇ ਸਮਾਪਤ ਹੋਈ। ਇਸ ਦੌੜ ਦੇ ਵਿੱਚ ਰਾਸ਼ਟਰੀ ਯੁਵਾ ਵਲੰਟੀਅਰਾਂ, NS ਯੂਨਿਟਾਂ, ਪਿੰਡਾਂ ਦੇ ਯੁਵਾ ਕਲੱਬਾਂ ਦੇ ਮੈਂਬਰਾਂ ਸਣੇ ਨੌਜਵਾਨਾਂ ਨੇ ਭਾਗ ਲਿਆ। ਇਸ ਮੌਕੇ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਪਿੰਡ ਟੁੜੀਕੇ ਵਿਖੇ ਸ਼ਹੀਦ ਲਾਲਾ ਲਾਜਪਤ ਰਾਏ ਦੀ ਯਾਦਗਾਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਮਾਗਮ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਫਿਟ ਰਹਿਣ ਦਾ ਪ੍ਰਣ ਲਿਆ। ਸਮਾਗਮ ਦੌਰਾਨ ਨਹਿਰੂ ਯੁਵਾ ਕੇਂਦਰ ਅਤੇ ਯਾਦਗਾਰੀ ਟਰਸਟ ਵੱਲੋਂ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਯੁਵਾ ਤੇ ਖੇਡ ਮੰਤਰਾਲਾ ਵੱਲੋਂ ਫਿਟ ਇੰਡੀਆ ਦੌੜ ਪ੍ਰੋਗਰਾਮ ਤਹਿਤ ਮੈਰਾਥਨ ਦੌੜ ਕਰਵਾਈ ਗਈ। ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋ ਕੇ ਇਹ ਦੌੜ ਲਾਲ ਕੋਠੀ ਹੁੰਦੀ ਹੋਈ ਮੁੜ ਸਟੇਡੀਅਮ ਪੁੱਜ ਕੇ ਮੁਕੰਮਲ ਹੋਈ। ਇਸ ਦੌੜ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ, ਯੂਥ ਕਲੱਬਾਂ, ਸਮਾਜ ਸੇਵੀ ਸੰਸਥਾਵਾਂ, ਬਜ਼ੁਰਗਾਂ ਤੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਕਪੂਰਥਲਾ ਦੇ SDM ਜੈਂਦਰ ਸਿੰਘ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। DSP ਸੁਰਿੰਦਰ ਸਿੰਘ ਅਤੇ DSP ਹੈੱਡਕੁਆਰਟਰ ਕਮਲਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੁੱਖ ਮਹਿਮਾਨ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਆਜ਼ਾਦੀ ਦੇ 75ਵੇਂ ਵਰ੍ਹੇ ਪੂਰੇ ਹੋਣ ਤੇ ਅੰਮ੍ਰਿਤ ਮਹੋਤਸਵ ਮਨਾਉਣ ਦੇ ਲਈ ਇਹ ਦੌੜ ਕਰਵਾਈ ਜਾ ਰਹੀ ਹੈ। ਜ਼ਿਲ੍ਹਾ ਯੂਥ ਅਧਿਕਾਰੀ ਦੀਪਮਾਲਾ ਠਾਕੁਰ ਨੇ ਸਾਰਿਆਂ ਨੂੰ ਰੋਜ਼ਾਨਾ ਘੱਟੋ-ਘੱਟ ਅੱਧਾ ਘੰਟਾ ਕਸਰਤ ਕਰਨ ਦੇ ਲਈ ਪ੍ਰੇਰਿਤ ਕੀਤਾ। ਅੱਜ ਅਸੀਂ 4 ਸਤੰਬਰ ਨੂੰ ਕਪੂਰਥਲਾ ਐਡਮਿਨਿਸਟ੍ਰੇਸ਼ਨ, ਕਪੂਰਥਲਾ ਪੁਲਿਸ ਅਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਦੀ ਪਾਰਟਿਸਪੇਸ਼ਨ ਦੇ ਨਾਲ ਅੱਜ ਅਸੀਂ ਮੈਰਾਥਨ ਕਰਾਈ ਹੈ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਤੇ ਇਹ ਬੱਚਿਆਂ ਦਾ ਰੂਟ ਨਿਰਧਾਰਿਤ। ਕੇਂਦਰ ਸਰਕਾਰ ਦੇ ਯੁਵਕ ਮਾਮਲਿਆਂ ਤੇ ਖੇਡ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਨਸਾ ਦੇ ਨਹਿਰੂ ਯੁਵਾ ਕੇਂਦਰ ਵੱਲੋਂ ਆਜ਼ਾਦੀ ਕਾ ਮਹੋਤਸਵ ਤਹਿਤ ਇੱਕ ਫਰੀडम ਰਨ ਕਰਵਾਈ ਗਈ। ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਅਤੇ MLA ਨਾਜ਼ਰ ਸਿੰਘ ਮਾਨਸ਼ਾਹੀਆ ਨੇ ਦੌੜ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਹਰ ਨਾਗਰਿਕ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਨੇ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਦੌੜ ਦੇ ਪ੍ਰਬੰਧਕ ਡਾਕਟਰ ਸੰਦੀਪ ਕਾਂਡੇ ਨੇ ਦੱਸਿਆ ਕਿ ਆਜ਼ਾਦੀ ਦੇ 75ਵੇਂ ਮਹੋਤਸਵ ਦੇ ਸੰਬੰਧ ਵਿੱਚ ਕਰਵਾਈ ਜਾ ਰਹੀ ਇਹ ਦੌੜ ਦੇਸ਼ ਦੇ 744 ਜ਼ਿਲ੍ਹਿਆਂ ਦੇ ਵਿੱਚ ਨਹਿਰੂ ਯੁਵਾ ਕੇਂਦਰ ਰਾਹੀਂ ਕਰਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਦੀ ਦੌੜ ਤੋਂ ਇਲਾਵਾ ਹਰ ਜ਼ਿਲ੍ਹੇ ਦੇ 75 ਪਿੰਡਾਂ ਦੇ ਵਿੱਚ ਵੀ ਇਹ ਦੌੜ ਕਰਵਾਈ ਜਾਵੇਗੀ ਅਤੇ ਹਰੇਕ ਦੌੜ ਦੇ ਵਿੱਚ 75 ਨੌਜਵਾਨ ਹਿੱਸਾ ਲੈਣਗੇ। ਇਸ ਫਰੀडम ਦੌੜ ਦੇ ਵਿੱਚ ਯੂਥ ਕਲੱਬਾਂ, NSS ਦੇ ਕਾਰਕੁਨਾਂ ਸਮੇਤ ਸੂਬਾ ਅਤੇ ਕੌਮੀ ਪੱਧਰ ਦੇ ਖਿਡਾਰੀਆਂ ਨੇ ਹਿੱਸਾ ਲਿਆ। ਬੱਤੀਆਂ ਵਾਲੇ ਚੌਕ ਤੋਂ ਸ਼ੁਰੂ ਹੋਈ ਇਹ ਦੌੜ ਨਹਿਰੂ ਮੈਮੋਰੀਅਲ ਕਾਲਜ ਵਿਖੇ ਪਹੁੰਚ ਕੇ ਮੁਕੰਮਲ ਹੋਈ।
75 ਸਾਲ ਮੁਗਾਟ ਮਨਾਈ ਅਸੀਂ ਯੂਥ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਇਹਨਾਂ ਦੇ ਮਾਧਿਅਮ ਸੇ ਵੀ ਜਿਹੜੀ ਆਜ਼ਾਦੀ ਹੈ ਸਾਨੂੰ ਬਹੁਤ ਮੁਸ਼ਕਲ ਨਾਲ ਮਿਲੀ। ਇਹਦਾ ਆਪਾਂ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਹੈ। ਆਪਾਂ ਆਜ਼ਾਦੀ ਨੂੰ ਕਾਇਮ ਰੱਖਣਾ ਹੈ। ਅਸੀਂ ਯੂਥ ਨੂੰ ਜਿਹੜਾ ਵੀ ਦੱਸਣਾ ਅਵੇਅਰ ਇਹਨਾਂ ਦੇ ਮਾਧਿਅਮ ਸੇ ਪਿੰਡ ਪਿੰਡ 'ਚ ਅਵੇਅਰ ਕਰਾਂਗੇ ਆਜ਼ਾਦੀ ਸਾਨੂੰ ਕਿਵੇਂ ਮਿਲੀ ਹੈ, ਆਜ਼ਾਦੀ ਤੋਂ ਪਹਿਲਾਂ ਕਿੱਦਾਂ ਦੇ ਸਾਡੇ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਨਮਸਕਾਰ।